ਤੁਹਾਡਾ ਸਵਾਗਤ ਹੈ। ਅੱਜ ਆਪਾਂ ਪੰਜਾਬੀ ਦੇ 3 ਟੌਪਿਕ ਕਰਨ ਜਾ ਰਹੇ ਹਾਂ, ਬਟ ਇਹਨਾਂ ਟੌਪਿਕਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਔਰ ਜੇਕਰ ਤੁਹਾਨੂੰ ਪੜ੍ਹਦੇ ਹੋਏ ਇੰਝ ਲੱਗੇ ਕਿ ਵੀਡੀਓ ਚੰਗੀ ਹੈ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ। ਚਲੋ ਸ਼ੁਰੂ ਕਰਦੇ ਹਾਂ ਆਪਾਂ ਅੱਜ ਦਾ ਟੌਪਿਕ। ਅੱਜ ਆਪਾਂ ਪੜ੍ਹਨ ਜਾ ਰਹੇ ਹਾਂ ਯੋਜਕ, ਵਿਸਮਕ ਅਤੇ ਪਦਵੰਡ ਬਾਰੇ। ਸਭ ਤੋਂ ਪਹਿਲਾਂ ਯੋਜਕ ਬਾਰੇ ਗੱਲ ਕਰਦੇ ਹਾਂ। ਯੋਜਕ ਕੀ ਹੁੰਦੇ ਨੇ? ਸਭ ਤੋਂ ਪਹਿਲਾਂ ਤੁਹਾਨੂੰ ਸਿਰਫ ਬੇਸਿਕ ਜੀ ਨੌਲੇਜ ਇਹ ਹੋਣੀ ਚਾਹੀਦੀ ਹੈ ਕਿ ਜਦੋਂ ਵੀ ਆਪਾਂ ਦੋ ਵਾਕਾਂ ਨੂੰ ਜਾਂ ਫਿਰ ਦੋ ਸ਼ਬਦਾਂ ਨੂੰ ਆਪਸ ਵਿੱਚ ਜੋੜਨਾ ਤਾਂ ਜਿਹੜੇ ਸ਼ਬਦਾਂ ਦੇ ਰਾਹੀਂ ਇਹਨਾਂ ਨੂੰ ਜੋੜਿਆ ਜਾਂਦਾ ਹੈ ਉਹਨਾਂ ਨੂੰ ਆਪਾਂ ਬੋਲਦੇ ਹਾਂ ਯੋਜਕ। ਯੋਜਕ ਜਿਵੇਂ ਹੁਣ ਆਪਾਂ ਗੱਲ ਕਰਦੇ ਹਾਂ, ਰਾਮ ਅਤੇ ਸ਼ਾਮ ਦੋਨੋਂ ਭਰਾ ਹਨ, ਤਾਂ ਰਾਮ ਅਤੇ ਸ਼ਾਮ ਦੋਹਾਂ ਨੂੰ ਆਪਾਂ ਨੇ ਕਿਸ ਸ਼ਬਦ ਰਾਹੀਂ ਜੋੜਿਆ ਹੈ? ਅਤੇ ਰਾਹੀਂ। ਹੁਣ ਦੇਖੋ ਇਹ ਤਾਂ ਦੋ ਸ਼ਬਦ ਨੇ, ਰਾਮ ਵੀ ਇੱਕ ਸ਼ਬਦ ਦਾ ਨਾਮ ਹੈ, ਠੀਕ ਹੈ, ਔਰ ਸ਼ਾਮ ਵੀ ਇੱਕ ਨਾਮ ਹੈ। ਰਾਮ ਅਤੇ ਸ਼ਾਮ ਦੋ ਅਲੱਗ-ਅਲੱਗ ਨਾਮ ਨੇ। ਇਹਨਾਂ ਦੋਹਾਂ ਨੂੰ ਜੋੜਨ ਦੇ ਲਈ ਆਪਾਂ ਨੇ ਇੱਕ ਸ਼ਬਦ ਯੂਜ਼ ਕੀਤਾ, ਇੱਕ ਤੀਜਾ ਸ਼ਬਦ ਯੂਜ਼ ਕੀਤਾ ਅਤੇ, ਤਾਂ ਉਹ ਅਤੇ ਸ਼ਬਦ ਕੀ ਬਣ ਗਿਆ? ਆਪਣਾ ਯੋਜਕ। ਠੀਕ ਹੈ ਜੀ, ਇਹ ਤਾਂ ਦੋ ਸ਼ਬਦਾਂ ਨੂੰ ਜੋੜਿਆ। ਕਈ ਵਾਰੀ ਆਪਾਂ ਦੋ ਵਾਕਾਂ ਨੂੰ ਵੀ ਜੋੜਦੇ ਹਾਂ, ਤਾਂ ਜਦੋਂ ਦੋ ਵਾਕਾਂ ਨੂੰ ਜੋੜਨ, ਦੋ ਅਲੱਗ-ਅਲੱਗ ਵਾਕ ਨੇ, ਰਾਮ ਮੇਰਾ ਭਰਾ ਹੈ, ਉਹ ਮੇਰੇ ਤੋਂ ਵੱਡਾ ਹੈ, ਠੀਕ ਹੈ, ਤਾਂ ਆਪਾਂ ਜੇ ਇਹਨਾਂ ਦੋਹੇ ਵਾਕਾਂ ਨੂੰ ਇੱਕੋ ਹੀ ਸੈਂਟੈਂਸ ਬਣਾ ਕੇ ਯੂਜ਼ ਕਰਨਾ ਹੋਵੇ ਤਾਂ ਉਦੋਂ ਆਪਾਂ ਯੂਜ਼ ਕਰਦੇ ਹਾਂ ਯੋਜਕ। ਜਿਵੇਂ ਰਾਮ, ਮੇਰਾ ਸਭ ਤੋਂ ਵੱਡਾ ਭਰਾ ਰਾਮ ਹੈ, ਠੀਕ ਹੈ, ਮੇਰਾ ਸਭ ਤੋਂ ਵੱਡਾ ਭਰਾ ਰਾਮ ਹੈ, ਠੀਕ ਹੈ ਜੀ। ਚਲੋ ਆਪਾਂ ਅੱਗੇ ਕਰਦੇ ਹਾਂ। ਹੁਣ ਜਿਹੜੇ ਇਹ ਯੋਜਕ ਨੇ ਇਹ ਦੋ ਪ੍ਰਕਾਰ ਦੇ ਹੁੰਦੇ ਨੇ। ਇੱਕ ਹੁੰਦੇ ਨੇ ਸਮਾਨ ਯੋਜਕ, ਇੱਕ ਹੁੰਦੇ ਨੇ ਅਧੀਨ ਯੋਜਕ। ਸਮਾਨ ਯੋਜਕ ਅਤੇ ਅਧੀਨ ਯੋਜਕ। ਹੁਣ ਇਹਨਾਂ ਬਾਰੇ ਬਸ ਥੋੜ੍ਹੀ ਸੀ ਨੌਲੇਜ ਲੈ ਲੈਣੀ ਆ ਆਪਾਂ ਨੇ, ਜ਼ਿਆਦਾ ਨਹੀਂ ਇਹਨਾਂ ਬਾਰੇ ਕਰਨਾ, ਕਿਉਂਕਿ ਪੇਪਰ ਵਿੱਚ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਦੇਖੀਏ ਤਾਂ ਇਹਨਾਂ ਵਿੱਚ ਸਿਰਫ ਤੁਹਾਨੂੰ ਥੋੜ੍ਹਾ ਜਿਹਾ ਬੇਸਿਕਲੀ ਪਤਾ ਹੋਣਾ ਚਾਹੀਦਾ ਹੈ ਕਿ ਜੇ ਤੁਹਾਨੂੰ ਇੱਕ ਯੋਜਕ ਦੇ ਕੇ ਪੁੱਛ ਲਿਆ ਜਾਵੇ ਕਿ ਇਹ ਸਮਾਨ ਯੋਜਕ ਹੈ ਜਾਂ ਫਿਰ ਅਧੀਨ ਯੋਜਕ ਹੈ, ਜਾਂ ਫਿਰ ਕੁਐਸਚਨ ਇਸ ਤਰੀਕੇ ਨਾਲ ਆ ਸਕਦਾ ਹੈ ਕਿ ਯੋਜਕ ਕਿੰਨੇ ਪ੍ਰਕਾਰ ਦੇ ਹੁੰਦੇ ਹਨ। ਹੁਣ ਇੱਥੇ ਤੋਂ ਕਲੀਅਰ ਹੋ ਗਿਆ ਕਿ ਦੋ ਪ੍ਰਕਾਰ ਦੇ ਹੁੰਦੇ ਹਨ। ਹੁਣ ਆਪਾਂ ਅੱਗੇ ਦੇਖਦੇ ਹਾਂ ਕਿ ਜੇਕਰ ਆਪਾਂ ਨੂੰ ਕਦੇ ਇਹ ਪੁੱਛ ਲਿਆ ਜਾਵੇ ਕਿ ਕੋਈ ਇੱਕ ਯੋਜਕ ਦੀ ਕਿਸਮ ਦੇ ਕੇ ਪੁੱਛਿਆ ਜਾਵੇ, ਸ਼ਬਦ ਦੇ ਕੇ ਪੁੱਛਿਆ ਜਾਵੇ ਕਿ ਇਹ ਕਿਹੜੀ ਕਿਸਮ ਦਾ ਹੈ, ਤਾਂ ਤੁਹਾਨੂੰ ਥੋੜ੍ਹਾ ਜਿਹਾ ਪਤਾ ਹੋਣਾ ਚਾਹੀਦਾ ਹੈ। ਦੇਖੋ, ਸਮਾਨ ਯੋਜਕ ਹੋ ਗਿਆ ਜਿਹੜੇ ਯੋਜਕ ਬਰਾਬਰ ਦੇ ਸ਼ਬਦਾਂ ਜਾਂ ਵਾਕਾਂ ਨੂੰ ਜੋੜਨ ਜਾਂ ਦੋ ਸੁਤੰਤਰ ਅਤੇ ਸਮਾਨ ਵਾਕਾਂ ਨੂੰ ਜੋੜ ਕੇ ਸੰਯੁਕਤ ਵਾਕ ਬਣਾਉਣ, ਉਹ ਸਮਾਨ ਯੋਜਕ ਅਖਵਾਉਂਦੇ ਹਨ, ਠੀਕ ਹੈ। ਹੁਣ ਇਸ ਵਿੱਚ ਆਪਾਂ ਇਸ ਨੂੰ ਈਜ਼ੀਲੀ ਕਿਵੇਂ ਸਮਝ ਸਕਦੇ ਹਾਂ? ਦੋ ਬਰਾਬਰ ਸ਼ਬਦਾਂ ਨੂੰ ਆਪਸ 'ਚ ਜੋੜੇ ਜਾਂ ਦੋ ਬਰਾਬਰ ਦੇ ਵਾਕਾਂ ਨੂੰ। ਹੁਣ ਬਰਾਬਰ ਦੇ ਕਿਵੇਂ ਹੋ ਸਕਦੇ? ਜਿਵੇਂ ਮੈਂ ਸਭ ਤੋਂ ਪਹਿਲਾਂ ਜੋ ਐਗਜ਼ਾਮਪਲ ਲਈ ਸੀ, ਰਾਮ ਅਤੇ ਸ਼ਾਮ। ਦੇਖੋ, ਰਾਮ ਇੱਕ ਇਨਸਾਨ ਹੈ, ਸ਼ਾਮ ਇੱਕ ਇਨਸਾਨ ਹੈ, ਦੋ ਬਰਾਬਰ ਦੀ ਚੀਜ਼ਾਂ ਹੋ ਗਈਆਂ। ਤਾਂ ਆਪਾਂ ਜਦੋਂ ਦੋ ਬਰਾਬਰ ਦੇ ਸ਼ਬਦਾਂ ਨੂੰ ਆਪਸ ਵਿੱਚ ਜੋੜਨ ਲਈ ਜਿਹੜਾ ਯੋਜਕ ਯੂਜ਼ ਕਰਦੇ ਹਾਂ ਉਸ ਨੂੰ ਕੀ ਬੋਲਦੇ ਨੇ? ਸਮਾਨ ਯੋਜਕ। ਉਹਨੂੰ ਕੀ ਬੋਲਦੇ ਨੇ? ਸਮਾਨ ਯੋਜਕ। ਜਿਵੇਂ ਇੱਥੇ ਐਗਜ਼ਾਮਪਲ ਦਈਏ, ਸੋਹਨ ਅਤੇ ਮੋਹਨ ਨੇ ਰੋਟੀ ਖਾਧੀ। ਇੱਥੇ ਅਤੇ, ਦੇਖੋ ਸੋਹਨ ਵੀ ਇੱਕ ਲੜਕਾ ਹੈ, ਇਨਸਾਨ ਹੈ, ਮੋਹਨ ਵੀ ਇੱਕ ਇਨਸਾਨ ਹੈ, ਲੜਕਾ ਹੈ, ਤਾਂ ਦੋਹਾਂ ਨੂੰ ਜੋੜਨ ਦੇ ਲਈ ਅਤੇ ਸ਼ਬਦ ਆਪਾਂ ਨੇ ਯੂਜ਼ ਕੀਤਾ, ਤਾਂ ਇਹ ਅਤੇ ਸ਼ਬਦ ਕੀ ਬਣ ਗਿਆ? ਆਪਣਾ ਸਮਾਨ ਯੋਜਕ। ਹੁਣ ਜਿਹੜੇ ਸਮਾਨ ਯੋਜਕ ਨੇ ਅੱਗੇ ਫਿਰ 4 ਕਿਸਮ ਦੇ ਹੁੰਦੇ ਨੇ। ਪੇਪਰ ਵਿੱਚ ਜ਼ਿਆਦਾ ਡੀਪਲੀ ਇਸ ਬਾਰੇ ਨਹੀਂ ਪੁੱਛਿਆ ਜਾ ਸਕਦਾ, ਬਟ ਫਿਰ ਵੀ ਆਪਾਂ ਇੱਕ ਬੇਸਿਕ ਜੀ ਨੌਲੇਜ ਲਈ ਪਤਾ ਕਰ ਲੈਂਦੇ ਹਾਂ ਕਿ ਸਮਾਨ ਯੋਜਕ ਨੇ ਜਿਹੜੇ ਉਹ 4 ਤਰ੍ਹਾਂ ਦੇ ਹੁੰਦੇ ਨੇ। ਇੱਕ ਹੋ ਗਿਆ ਸਮੁੱਚੀ ਸਮਾਨ ਯੋਜਕ, ਠੀਕ ਹੈ ਜੀ, ਇੱਕ ਹੋ ਗਿਆ ਸਮੁੱਚੀ ਸਮਾਨ ਯੋਜਕ, ਇੱਕ ਹੋ ਗਿਆ ਵਿਕਲਪੀ ਸਮਾਨ ਯੋਜਕ, ਇੱਕ ਹੋ ਗਿਆ ਨਿਖੇਧੀ ਸਮਾਨ ਯੋਜਕ, ਔਰ ਇੱਕ ਹੋ ਗਿਆ ਸੰਕੇਤੀ ਸਮਾਨ ਯੋਜਕ। ਕਾਫੀ ਹੱਦ ਤੱਕ ਤੁਹਾਨੂੰ ਇਹਨਾਂ ਦੇ ਨਾਮ ਤੋਂ ਹੀ ਪਤਾ ਲੱਗ ਜਾਏਗਾ। ਜਿਵੇਂ ਸਮੁੱਚੀ ਸਮਾਨ ਯੋਜਕ ਦੀ ਜੇਕਰ ਆਪਾਂ ਗੱਲ ਕਰੀਏ, ਜਿਹੜੇ ਯੋਜਕ ਦੋ ਸੁਤੰਤਰ ਵਾਕਾਂ ਨੂੰ ਸਧਾਰਨ ਤੌਰ 'ਤੇ ਜੋੜਨ ਉਹ ਸਮੁੱਚੀ ਸਮਾਨ ਯੋਜਕ ਅਖਵਾਉਂਦੇ ਹਨ। ਜਿਵੇਂ ਤੋਂ, ਅਤੇ, ਅਰ ਆਦਿ, ਠੀਕ ਹੈ। ਹੁਣ ਇਸ ਵਿੱਚ ਵੀ ਜ਼ਿਆਦਾ ਕਨਫਿਊਜ਼ ਹੋਣ ਦੀ ਲੋੜ ਨਹੀਂ ਹੈ। ਦੇਖੋ, ਆਪਾਂ ਨੇ ਜਿਹੜੀ ਸਭ ਤੋਂ ਪਹਿਲਾਂ ਐਗਜ਼ਾਮਪਲ ਲਈ ਸੀ ਨਾ ਯੋਜਕ ਦੀ, ਪਹਿਲਾਂ ਆਪਾਂ ਨੇ ਜਿਹੜੀ ਯੋਜਕ ਦੀ ਡੈਫੀਨੇਸ਼ਨ ਲਈ, ਉਸ ਤੋਂ ਬਾਅਦ ਆਪਾਂ ਨੇ ਸਮਾਨ ਯੋਜਕ ਦੀ ਡੈਫੀਨੇਸ਼ਨ ਲਈ, ਉਸ ਦੇ ਵਿੱਚ ਜਿਹੜੇ ਆਪਾਂ ਨੇ ਯੋਜਕ ਯੂਜ਼ ਕੀਤੇ ਨੇ ਉਹੀ ਸਮੁੱਚੀ ਸਮਾਨ ਯੋਜਕ ਹੁੰਦੇ ਹਨ। ਡੈਫੀਨੇਸ਼ਨ 'ਚ ਵੀ ਇਹੀ ਗੱਲ ਲਿਖੀ ਹੋਈ ਹੈ, ਜਿਹੜੇ ਯੋਜਕ ਦੋ ਸੁਤੰਤਰ ਵਾਕਾਂ ਨੂੰ ਸਧਾਰਨ ਤੌਰ 'ਤੇ ਜੋੜਨ। ਸਧਾਰਨ ਤੌਰ 'ਤੇ ਮਤਲਬ ਕਿ ਉਹਨਾਂ ਵਿੱਚ ਕੋਈ ਕੰਪੀਟੀਸ਼ਨ ਨਾ ਹੋ ਰਿਹਾ ਹੋਵੇ। ਸਿੰਪਲੀ ਆਪਾਂ ਕਹਿ ਦਈਏ, ਜਿਵੇਂ ਆਪਾਂ ਡਿਗਰੀਜ਼ ਯੂਜ਼ ਕਰਦੇ ਹਾਂ ਇੰਗਲਿਸ਼ ਦੇ ਵਿੱਚ, ਤਾਂ ਇੱਕ ਜਿਹੜੀ ਫਸਟ ਹੁੰਦੀ ਹੈ ਉਹਦੇ ਵਿੱਚ ਹੁੰਦੀ ਹੈ ਸਿਰਫ ਸਿੰਪਲੀ ਬੋਲੀ ਜਾਂਦੀ ਹੈ ਕਿ ਆਪਣਾ ਕਿਸੇ ਨਾਲ ਆਪਾਂ ਉਸਦੀ ਕੋਈ ਕੰਪੇਅਰ ਨਹੀਂ ਕਰ ਰਹੇ ਹੁੰਦੇ ਹੈਗੇ। ਦੋਹੇ ਸਮਾਨ ਚੀਜ਼ਾਂ ਉਹਨਾਂ ਨੂੰ ਜੋੜਿਆ ਗਿਆ। ਇੱਥੇ ਸੇਮ ਉਹੀ ਚੀਜ਼ ਆ ਗਈ, ਹਰਨਾਮ ਅਤੇ ਗੁਰਨਾਮ, ਠੀਕ ਹੈ, ਤਾਂ ਇਹੀ ਚੀਜ਼ ਹੋ ਗਈ ਹੈ ਨਾ।
इस विच ज़्यादा टेंशन लेने की लोड़ नहीं है। समूची समान योजक जिहड़ी योजक की अपनी बेसिक डेफिनेशन की सी उही हुंदे ने। फिर अगे आ जांदे ने विकल्पी समान योजक। विकल्पी की हुंदी है चीज़? विकल्प हुंदा आपां नूं जदों एक चीज़ की जगह आपां नूं कोई दूसरी चॉइस मिलती होवे तां आपां उसनूं विकल्पी समान योजक कहंदे आ। ठीक है, विकल्प आपां नूं होर ज़्यादा अल्टरनेटिवली चीज़ां मिलदियां ने। ठीक है, उसका कोई अल्टरनेट हुंदा है तो उन्होंने आपां विकल्प बोल दिंदे आ। जिवें जो दो सुतंत्र वाकां या शब्दां नूं इस प्रकार जोड़न कि उन्हां दी परस्पर भाव आपो विच वटांदरा या दोवां विचों एक दा भाव प्रगट होवे तां उन्हां नूं विकल्पी समान योजक कहंदे हन। फॉर एग्जाम्पल, चाहे तू जुर्माना भर चाहे ओ भरे। ठीक है, चॉइस दे दी ना, तुहानूं कहा ना जो अपनी चॉइस मिलती होवे उहनूं बोलदे आपां समान विकल्पी समान योजक। हुण देखो इत्थे भी तां हैगी है, चाहे तू जुर्माना भर चाहे ओ भरे, तां चाहे वर्ड राहीं आपां नूं की कहा गया, आपां नूं चॉइस दे दी गई है, तां चाहे की बन गया अपना इत्थे विकल्पी समान योजक। सैकेंड एग्जाम्पल देखते हैं, तू जा नहीं तां ओ जावे। हुण इत्थे भी सेम चीज़ आ गई। हुण आपां एक चॉइस दे रहे हैं, जो मन लो हुण अपनी समझ लो किसी नूं आपां कह रहे हैं गल, तू जा या फिर ओ जावेगा, तो आपां की कीता, एक चॉइस दित्ती ना। दो हालतां अगले दे सामने रख दित्तियां, दोहां विचों वो जिहड़ी चुनना चाहे चुन सकदा है। पर आपां ने जिहड़ियां दो हालतां अगले दे सामने रखियां, उन्हां दोहां नूं रखण दे लई आपां ने जिहड़े शब्द यूज़ कीते वो की बन गए अपने विकल्पी समान योजक। तां इत्थे की हो गया, नहीं तां, कल्ला नहीं आएगा, कल्ला तां नहीं आएगा इत्थे योजक, इत्थे दोहे जुड़ के आए हुए ने। सो इत्थों एक चीज़ होर क्लीयर हो जाती है कि जिहड़े योजक ने कल्ले या जुड़ के भी आ सकते ने। ठीक है जी, चलो नैक्सट करते हैं। ये इत्थे आपां एग्जाम्पल विच लिखिया होया जो मैं तुहानूं बोल ही दिता है। सो आपां नैक्सट करते हैं निखेधी समान योजक। निखेधी समान योजक किहड़े हो गए? जद समान योजक दो अजिहे सुतंत्र वाकां नूं जोड़न कि उन्हां दा आपसी टाकरा निखेध या विरोध प्रगट होवे तां उसनूं निखेधी समान योजक कहंदे हन। मतलब की है, मतलब दो अजिहे सेंटेंस या दो अजिहे शब्द आपस विच कंपेयर करदे होण, या एक हालात जिवें आपां पॉजिटिव नैगेटिव करदे आ ना, एक सेंटेंस विच पॉजिटिव चीज़ होवे, दूसरे विच नैगेटिव होवे, बट दोहां नूं आपस विच जोड़ के एक दूजे नाल उन्हां दा रिलेशन कोई संबंध दिखाया गया होवे, या फिर एक दा दूजे नाल कंपेयर किया गया होवे, या एक दूजे दे बिल्कुल उलट होवे। ठीक है, तो अजिहे शब्द जिहड़े अजिहे दो वाकां नूं जोड़न, एक नैगेटिव होवे नावाचक, एक पॉजिटिव होवे हाँ वाचक, दोहां नूं जोड़ रहे होण, या फिर एक दूजे दे खिलाफ बोलदा होवे, अजिहे शब्द आपां निखेधी समान योजक विच यूज़ करदे हां। जिवें सगों, पर, परंतु, फिर भी, तां भी, ऐ पर, हत्थों। मतलब ये तां सिंपल जिहां ने, बट तुहानूं सेंटेंस के बेस ते तुहानूं पता लग जाएगा कि ये किवें दे हुंदे हन। जिवें वो लायक है पर मेहनती नहीं है। ठीक है, हुण की कह रहे ने, वो लायक है। आपां जे इसनूं एक सिंगल सेंटेंस के तौर पर देखिए, वो लायक है। सैकेंड बोलीए, वो मेहनती नहीं है। हुण दोहां नूं जोड़ के देखिए, वो लायक है। हुण एक आपां नूं याद होवे, आपां इंग्लिश विच सेंटेंस जोड़ने करदे हुंदे सी, वो बड़े डिफिकल्ट लगदे सीगे। उत्थे वर्ड्स लगाने पैंदे सी, एंड, वट, बिसाइड। ठीक है, उही वाली चीज़ ये है। तो इत्थे भी आपां ने एक दो सेंटेंस ने उन्हां नूं जोड़ना है। वो लायक है, वो मेहनती नहीं है। हुण इहनूं किवें जोड़ीए? हुण एक जिहड़ा फर्स्ट है वो लायक है, पॉजिटिव सेंटेंस है, हाँ वाचक है। ठीक है, दूसरा सेंटेंस है जिहड़ा वो मेहनती नहीं है, नैगेटिव है। तो दोहां नूं जोड़ना किवें आपां ने? तो जोड़ना किस दे नाल है? पर नाल। ठीक है, अगे आपां ये बड़ा ईजी है, जिसनूं ये चीज़ समझ आ गई कि आपां ने दो ओपोजिट सेंटेंसिस नूं एक शब्द राही जोड़ना है। तो जिहड़े शब्द राही जोड़ना है वही अपना की बन जाएगा? निखेधी समान योजक। अगे है अपना संकेती समान योजक, संकेत दिंदा होवे जिहड़ा, ये भी ईजी है, नाम तो ही पता लग रहा है। जिहड़े योजक दो सुतंत्र वाकां नूं इस तरह जोड़न कि पहला वाक कारण अते दूजा कारण प्रगट करे, उसनूं आपां संकेती योजक कहंदे आ। हुण ये की हो गया? मतलब कि एक वाक दे विच तां आपां कारण दसीए कि कारण किस कारण ये काम हो रहा है, या किस कारण कोई काम कर रहा है। दूजे विच दस्सिया जावे कि काम की है। ठीक है, तो उसनूं आपां बोलदे हां संकेती समान योजक। जिवें वो मुंडा झूठा है। ठीक है, पहला आपां कल्ला झूठे तक पढ़ीए जे, वो मुंडा झूठा है, ये की है? अपना कारण है भी
ਉਹ ਮੁੰਡਾ ਝੂਠਾ ਹੈ। ਅਗਲੀ ਗੱਲ ਉਸ ਤੋਂ ਹੁਣ ਕੀ ਹੈ, ਇਹ ਸਿੰਪਲੀ ਇੱਕ ਸਿੰਪਲ ਸੈਂਟੈਂਸ ਵੀ ਬਣਦਾ ਹੈ, ਉਹ ਮੁੰਡਾ ਝੂਠਾ ਹੈ। ਪਰ ਜਦੋਂ ਆਪਾਂ ਇਸ ਨੂੰ ਦੂਸਰੇ ਇਸੇ ਸੈਂਟੈਂਸ ਦੇ ਦੂਸਰੇ ਪਾਰਟ ਨਾਲ ਕੰਪੇਅਰ ਕਰਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਇਹ ਹੈ ਜਿਹੜਾ ਇਹ ਕਾਰਨ ਦੱਸ ਰਿਹਾ ਦੂਸਰੇ ਦਾ, ਇਸ ਲਈ ਭਰੋਸੇਯੋਗ ਨਹੀਂ ਹੈ। ਹੁਣ ਆਪਾਂ ਇਕੱਲਾ ਭਰੋਸੇਯੋਗ ਨਹੀਂ ਹੈ, ਹੁਣ ਇਹਨਾਂ ਨੂੰ ਦੋ ਅਲੱਗ-ਅਲੱਗ ਸੈਂਟੈਂਸ ਬਣਾ ਕੇ ਜੇਕਰ ਆਪਾਂ ਪੜ੍ਹੀਏ, ਉਹ ਮੁੰਡਾ ਝੂਠਾ ਹੈ, ਉਹ ਮੁੰਡਾ ਭਰੋਸੇਯੋਗ ਨਹੀਂ ਹੈ। ਠੀਕ ਹੈ ਜੀ, ਉਹ ਮੁੰਡਾ ਭਰੋਸੇਯੋਗ ਨਹੀਂ ਹੈ। ਕਿਉਂ ਨਹੀਂ ਹੈ ਉਹ ਭਰੋਸੇਯੋਗ? ਕਿਉਂਕਿ ਉਹ ਝੂਠਾ ਹੈ। ਤਾਂ ਕਿਉਂਕਿ ਜਦੋਂ ਤੁਸੀਂ ਕਿਉਂਕਿ ਲਗਾਇਆ ਨਾ, ਤੁਹਾਨੂੰ ਪਤਾ ਲੱਗ ਜਾਏਗਾ ਕਿ ਇਸ ਦਾ ਪਹਿਲਾ ਜਿਹੜਾ ਸੈਂਟੈਂਸ ਆ ਉੱਥੇ ਤੋਂ ਆਪਾਂ ਨੂੰ ਕਾਰਨ ਪਤਾ ਲੱਗ ਰਿਹਾ ਕਿਉਂ ਭਰੋਸੇਯੋਗ ਨਹੀਂ ਹੈ, ਕਿਉਂਕਿ ਉਹ ਕੀ ਹੈ, ਝੂਠਾ ਹੈ। ਤਾਂ ਇਹ ਕੀ ਬਣ ਗਿਆ, ਕਾਰਨ। ਤਾਂ ਦੂਸਰੇ ਤੋਂ ਕੀ ਪਤਾ ਲੱਗ ਰਿਹਾ ਆਪਾਂ ਨੂੰ, ਆਪਣਾ ਕੰਮ ਕੀ ਹੈ, ਇਹ ਸੈਂਟੈਂਸ ਬੋਲਣ ਦਾ ਮਕਸਦ ਕੀ ਹੈ, ਕਾਰਜ ਕੀ ਹੈ ਆਪਣਾ, ਆਪਾਂ ਕਿਉਂ ਬੋਲ ਰਹੇ ਹਾਂ ਕਿ ਉਹ ਝੂਠਾ ਹੈ, ਕਿਉਂਕਿ ਉਹ ਆਪਾਂ ਇਹ ਸਿੱਧ ਕਰਨਾ ਚਾਹੁੰਦੇ ਹਾਂ ਕਿ ਉਹ ਭਰੋਸੇਯੋਗ ਨਹੀਂ ਹੈ। ਜਦੋਂ ਆਪਾਂ ਨੇ ਵਰਡ ਬੋਲ ਦਿੱਤਾ ਇਸ ਲਈ ਭਰੋਸੇਯੋਗ ਨਹੀਂ ਹੈ ਜਾਂ ਫਿਰ ਉਹ ਭਰੋਸੇਯੋਗ ਨਹੀਂ ਹੈ, ਤਾਂ ਇੱਥੇ ਤੋਂ ਆਪਾਂ ਨੂੰ ਸਪਸ਼ਟ ਹੋ ਗਿਆ, ਬਿਲਕੁਲ ਕਲੀਅਰ ਹੋ ਗਿਆ ਕਿ ਆਪਣਾ ਮਕਸਦ ਹੈ ਇਸ ਗੱਲ ਨੂੰ ਬੋਲਣ ਦਾ ਕਿ ਉਹ ਝੂਠਾ ਹੈ। ਤਾਂ ਇੱਥੇ ਤੋਂ ਆਪਣਾ ਇੱਕ ਕਾਰਜ ਪ੍ਰਗਟ ਹੋ ਗਿਆ। ਠੀਕ ਹੈ, ਤਾਂ ਇਹ ਦੋ ਅਲੱਗ, ਉਹ ਮੁੰਡਾ ਝੂਠਾ ਹੈ, ਉਹ ਭਰੋਸੇਯੋਗ ਨਹੀਂ ਹੈ, ਆਪਾਂ ਨੇ ਦੋ ਵਾਰੀ ਉਹ ਲਗਾਇਆ, ਤਾਂ ਉਸ ਦੂਸਰੇ ਵਾਲੇ ਉਹ ਨੂੰ ਹਟਾਉਣ ਦੇ ਲਈ ਆਪਾਂ ਇੱਕ ਹੋਰ ਵਰਡ ਯੂਜ਼ ਕਰ ਲਿਆ, ਇਸ ਲਈ। ਤਾਂ ਇਹ ਇਸ ਲਈ ਕੀ ਬਣ ਗਿਆ ਆਪਣਾ, ਇਸ ਲਈ ਕੀ ਬਣ ਗਿਆ ਆਪਣਾ ਸੰਕੇਤੀ ਸਮਾਨ ਯੋਜਕ। ਚਲੋ ਜੀ ਨੈਕਸਟ ਕਰਦੇ ਹਾਂ। ਨੈਕਸਟ ਹੈ ਅਧੀਨ ਯੋਜਕ। ਆਪਾਂ ਨੇ ਦੋ ਤਰ੍ਹਾਂ ਦੇ ਯੋਜਕ ਪੜ੍ਹੇ ਸੀ ਕਿ ਇਹ ਪਹਿਲੇ ਵਾਲੇ ਯੋਜਕ ਦੀਆਂ 4 ਕਿਸਮਾਂ ਨੇ, ਹੁਣ ਦੂਸਰੇ ਵਾਲਾ ਅਧੀਨ ਯੋਜਕ। ਅਧੀਨ ਕੀ ਹੁੰਦਾ ਹੈ, ਆਪਾਂ ਜਦੋਂ ਕਿਸੇ ਦੇ ਅੰਡਰ ਕੰਮ ਕਰਦੇ ਹਾਂ ਤਾਂ ਆਪਾਂ ਕਹਿੰਦੇ ਨੇ ਕਿ ਆਪਾਂ ਉਹਨਾਂ ਦੇ ਅੰਡਰ ਕੰਮ ਕਰਦੇ ਹਾਂ, ਆਪਾਂ ਉਹਦੇ ਅਧੀਨ ਕੰਮ ਕਰਦੇ ਹਾਂ। ਜਿਵੇਂ ਆਪਾਂ ਕਿਸੇ ਆਫਿਸ 'ਚ ਕੰਮ ਕਰਦੇ ਹਾਂ, ਲਾਈਕ